ਸਨਮਾਨਯੋਗ ਗੁਰੂ ਸਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਵੀਰ ਤੇਜਿੰਦਰ ਸਿੰਘ ਜੀ ਕਰ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਸਿੱਖ ਹਿਸਟਰੀ ਦੇ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਅੱਜ ਇੱਕ ਅਸੀਂ ਵਿਸ਼ਲੇਸ਼ਣ ਕਰਾਂਗੇ। ਪਿਛਲੇ ਹਫ਼ਤੇ ਅਸੀਂ ਸਿੱਖ ਬੀਬੀਆਂ ਦੇ ਰਾਈਟਸ ਦੀ ਗੱਲਾਂ ਕਾਫੀ ਕੀਤੀਆਂ। ਬੀਬੀਆਂ ਨੂੰ ਜ਼ੋਰ ਦੇ ਨਾਲ ਰਾਈਟ ਮੰਗਣੇ ਚਾਹੀਦੇ ਆ, ਕਰਨਾ ਚਾਹੀਦਾ। ਕਿ ਰਾਈਟਸ ਤੇ ਡਿਊਟੀਆਂ ਜਿਹੜੀਆਂ ਹਨ ਇਹ ਨਾਲ ਨਾਲ ਨਹੀਂ ਚੱਲਦੀਆਂ। ਅਸੀਂ ਤਾਂ ਜਦੋਂ ਪੜ੍ਹਾਈ ਕਰਦੇ ਸਕੂਲ 'ਚ ਸਾਨੂੰ ਤਾਂ ਪੜ੍ਹਾਇਆ ਜਾਂਦਾ ਸੀ ਵੀ ਜੇ ਅਧਿਕਾਰ ਲੈਣੇ ਹਨ ਤਾਂ ਆਪਣੇ ਫਰਜ਼ ਪੂਰੇ ਕਰੋ। ਕੇਵਲ ਅਧਿਕਾਰ ਮੰਗਣੇ ਇਹ ਜ਼ਿੰਦਗੀ ਦਾ ਅਸੂਲ ਨਹੀਂ ਹੈ। ਜਿਹੜੀਆਂ ਡਿਊਟੀਆਂ ਸਾਨੂੰ ਮਿਲੀਆਂ ਹਨ ਉਹ ਵੀ ਪੂਰੀਆਂ ਕਰਨੀਆਂ ਜ਼ਰੂਰੀ ਹਨ। ਤੋ ਰਾਈਟਸ ਐਂਡ ਡਿਊਟੀਜ਼ ਗੋ ਸਾਈਡ ਬਾਈ ਸਾਈਡ। ਅਧਿਕਾਰ ਤੇ ਫਰਜ਼ ਨਾਲੋਂ ਨਾਲ ਚੱਲਦੇ ਹਨ। ਇਹ ਅਸੀਂ ਕੋਟੇਸ਼ਨ ਪੜ੍ਹਦੇ ਸੀ ਜਦੋਂ ਪੋਲੀਟੀਕਲ ਸਾਇੰਸ ਜਾਂ ਸਿਵਿਕਸ ਪੜ੍ਹਦੇ ਸੀ। ਤੋ ਕੀ ਅੱਜ ਅਸੀਂ ਇੱਕ ਸਟੱਡੀ ਕਰਕੇ ਵੇਖਦਾ ਹਾਂ ਕਿ ਤੇਜਿੰਦਰ ਸਿੰਘ ਜੀ ਸਾਡੇ ਨਾਲ ਗੱਲ ਕਰਨਗੇ ਕਿ ਅਸੀਂ ਅਧਿਕਾਰਾਂ ਦੀ ਮੰਗ ਹੀ ਕਰਾਂਗੇ ਕਿ ਸਾਡੀ ਡਿਊਟੀਆਂ ਪੂਰੀਆਂ ਹੋ ਰਹੀਆਂ ਹਨ। ਇੱਕ ਸਟੱਡੀ ਹੈ ਸਾਡੀ ਜਿਹੜੀ ਅਸੀਂ ਅੱਜ ਕਰਨੀ ਹੈ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਅੱਜ ਦਾ ਉਹ ਵਿਸ਼ਾ ਸਾਡੇ ਨਾਲ ਆਰੰਭ ਕਰਨ। ਸਿੱਖ ਬੀਬੀ ਅੱਜ ਤੇ ਕੱਲ, ਇਹ ਉਹਨਾਂ ਦਾ ਸਬਜੈਕਟ ਹੈ। ਸਾਡੇ ਨਾਲ ਵਿਚਾਰਾਂ ਵੀਰ ਤੇਜਿੰਦਰ ਸਿੰਘ ਜੀ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜੇ ਵੀਰ ਭੈਣਾਂ ਨੂੰ ਜੀ ਆਇਆਂ ਆਖਦਾ ਹੋਇਆ ਅੱਜ ਦੀ ਜੋ ਵਿਚਾਰ ਹੈ ਉਸ ਨੂੰ ਆਰੰਭ ਕਰਨ ਦੀ ਆਪ ਪਾਸੋਂ ਆਗਿਆ ਚਾਹੁੰਦਾ ਹਾਂ। ਅਸੀਂ ਪਿਛਲੇ ਕੁਝ ਸਮੇਂ ਤੋਂ ਅਸੀਂ ਇਹ ਵਿਚਾਰਿਆ ਹੈ ਕਿ ਸਿੱਖ ਇਸਤਰੀ ਦਾ ਕੀ ਸਥਾਨ ਰਿਹਾ ਹੈ ਔਰ ਅਸੀਂ ਕਿਸ ਤਰ੍ਹਾਂ ਇਤਿਹਾਸ ਦੇ ਝਰੋਖੇ ਚੋਂ ਔਰ ਧਾਰਮਿਕ ਪੁਸਤਕਾਂ ਜਿਹੜੀਆਂ ਹੈ ਉਹਨਾਂ ਦੇ ਵਿੱਚੋਂ ਵੀ ਰੈਫਰੈਂਸਿਸ ਲੈ ਕੇ ਅਸੀਂ ਇਸ ਗੱਲ ਨੂੰ ਸਮਝਿਆ ਕਿ ਸਮਾਜ ਨੇ ਅੱਜ ਤੱਕ ਇਸਤਰੀ ਦੇ ਨਾਲ ਨਿਆਂ ਨਹੀਂ ਕੀਤਾ। ਭਾਵੇਂ ਕਿ ਜੋ ਗੁਰਬਾਣੀ ਹੈ ਔਰ ਜੋ ਸਿੱਖ ਇਤਿਹਾਸ ਹੈ, ਹਿਸਟਰੀ ਹੈ, ਉਹਦੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਲੈ ਕਰਕੇ ਹੀ ਇੱਕ ਬੜਾ ਰੈਵੋਲੂਸ਼ਨਰੀ ਸਟੈਪ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਆ ਔਰ ਬਾਅਦ ਵਿੱਚ ਸਾਰੇ ਗੁਰੂ ਸਾਹਿਬਾਨ ਔਰ ਗੁਰਸਿੱਖਾਂ ਨੇ ਉਹਦੇ ਉੱਪਰ ਜਿਹੜਾ ਹੈ ਪੈਰਾ ਵੀ ਦਿੱਤਾ। ਉਹ ਇਹ ਸੀਗਾ ਕਿ ਸਿੱਖ ਮਤ ਦੇ ਅੰਦਰ ਇਸਤਰੀ ਦਾ ਸਥਾਨ ਜਿਹੜਾ ਹੈ ਉਹ ਉਸ ਨੂੰ ਨਿਯਤ ਕੀਤਾ ਔਰ ਉਸ ਨੂੰ ਬਰਾਬਰੀ ਦਾ ਸਥਾਨ ਦਿੱਤਾ। ਔਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਕਿ ਜਿਹਦੇ ਹੀ ਕੁੱਖ ਤੋਂ ਅਸੀਂ ਪੈਦਾ ਹੁੰਦੇ ਹਾਂ, ਜਿਸ ਦੇ ਨਾਲ ਹੀ ਸਾਡੀ ਦੋਸਤੀ ਹੁੰਦੀ ਹੈ, ਜਿਸ ਤੋਂ ਹੀ ਅਸੀਂ ਜਨਮ ਲੈਂਦੇ ਹਾਂ, ਉਸ ਦੇ ਨਾਲ ਹੀ ਅਸੀਂ ਸਾਡਾ ਪਾਲਣ ਪੋਸ਼ਣ ਵੀ ਉਹ ਇਸਤਰੀ ਕਰਦੀ ਹੈ, ਭੈਣ ਦੇ ਰੂਪ ਵਿੱਚ, ਪਤਨੀ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ ਔਰ ਨੂੰਹ ਦੇ ਰਿਸ਼ਤਿਆਂ ਦੇ ਨਾਲ ਉਹ ਸਾਡੇ ਨਾਲ ਉਹਦਾ ਸੰਬੰਧ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਔਰ ਜਿਵੇਂ ਅੰਗਰੇਜ਼ੀ ਵਿੱਚ ਉਸ ਨੂੰ ਬੈਟਰ ਹਾਫ ਕਹਿੰਦੇ ਆ ਤੇ ਉਸ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਅਰਧਾਂਗਣੀ ਹੈ, ਕਿ ਸਾਡਾ ਅੱਧਾ ਅੰਗ ਹੈ। ਅਗਰ ਇਸਤਰੀ ਨਹੀਂ ਹੈ ਤੇ ਪਰਿਵਾਰ ਨਹੀਂ ਚੱਲ ਸਕਦਾ। ਮੈਂ ਕਹਿੰਦਾ ਕਿ ਇਸਤਰੀ ਨਹੀਂ ਤੇ ਸੰਸਾਰ ਵੀ ਨਹੀਂ ਚੱਲ ਸਕਦਾ। ਤੋ ਇਸ ਕਰਕੇ ਉਸ ਜੋ ਪੋਜੀਸ਼ਨ ਹੈ ਔਰਤ ਦੀ ਹੈ, ਉਸ ਨੂੰ ਅਸੀਂ ਇਹਨਾਂ ਵਿਚਾਰਾਂ ਦੇ ਰਾਹੀਂ, ਇਹਨਾਂ ਲੈਕਚਰਾਂ ਦੇ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦਾ ਕੀ ਰੋਲ ਹੋਣਾ ਚਾਹੀਦਾ ਹੈ ਸਾਡੇ ਸਮਾਜ ਦੇ ਅੰਦਰ, ਜੋ ਇਸ ਵਕਤ ਨਹੀਂ ਹੈ।
तो अज इस विचार ਨੂੰ ਅਸੀਂ ਲੈਣਾ ਹੈ ਕਿ ਪਰਿਵਾਰ ਵਿੱਚ ਸੁਖ ਸ਼ਾਂਤੀ ਨੂੰ ਰੱਖਣ ਲਈ ਮਾਂ ਪਤਨੀ ਭੈਣ ਅਤੇ ਨੂੰਹ ਦਾ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਕੀ ਰੋਲ ਹੋਵੇ। ਇਹ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਕਿਉਂਕਿ ਇਹ ਅਗਰ ਇਹਦਾ ਬੈਲੈਂਸ ਨਹੀਂ ਹੈ ਪਰਿਵਾਰ ਦੇ ਅੰਦਰ, ਉਹਨਾਂ ਦੇ ਜਿਹੜੇ ਅਸਾਈਨਡ ਜਿਹੜੇ ਰੋਲ ਹਨ ਉਹ ਪ੍ਰੋਪਰਲੀ ਜਿਹੜੇ ਹਨ ਉਹ ਨਹੀਂ ਚੱਲਦੇ, ਤਾਂ ਉਸ ਦਾ ਰੀਜ਼ਨ ਇਹ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਕਲੇਸ਼ ਕਲੇਸ਼ ਜਿਹੜਾ ਹੈ ਉਹ ਪਿਆ ਰਹਿੰਦਾ ਹੈ। तो आओ इस विचार ਨੂੰ ਅਸੀਂ ਆਰੰਭ ਕਰਦੇ ਹਾਂ ਔਰ ਮੈਂ ਬੇਨਤੀ ਕਰਾਂਗਾ ਕਿ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਪੂਰੀ ਤਵੱਜੋ ਦੇ ਕਰਕੇ ਆਪ ਜੀ ਇਹਨਾਂ ਵਿਚਾਰਾਂ ਨੂੰ ਸਰਵਣ ਕਰਨਾ। ਕੌਣ ਹੈ ਜੋ ਅੱਜ ਦੇ ਆਧੁਨਿਕ ਯੁੱਗ ਵਿੱਚ ਸੁਖ ਆਰਾਮ ਅਤੇ ਸ਼ਾਂਤੀ ਨਹੀਂ ਚਾਹੁੰਦਾ? ਆਪ ਹਰ ਕੋਈ ਚਾਹੁੰਦਾ ਹੈ, ਸੁਖ ਵੀ ਚਾਹੁੰਦਾ ਹੈ, ਆਰਾਮ ਵੀ ਚਾਹੁੰਦਾ ਹੈ ਔਰ ਸ਼ਾਂਤੀ ਵੀ ਚਾਹੁੰਦਾ ਹੈ। ਕਿਉਂਕਿ ਜਦੋਂ ਬੰਦਾ ਬਾਹਰੋਂ ਆਪਣਾ ਕੰਮਕਾਜ ਕਰਕੇ ਘਰ ਵਿੱਚ ਆਉਂਦਾ ਹੈ ਤੇ ਉਸ ਨੂੰ ਇਹ ਉਮੀਦ ਹੁੰਦੀ ਹੈ ਕਿ ਘਰ ਵਿੱਚ ਜਾ ਕਰਕੇ ਮੈਂ ਆਪਣਾ ਸੁੱਖ ਨਾਲ ਆਰਾਮ ਨਾਲ ਬੈਠਾਂਗਾ। ਔਰ ਇਹ ਵੀ ਕਿਹਾ ਜਾਂਦਾ ਹੈ ਨਾਈਦਰ ਈਸਟ ਨੌਰ ਵੈਸਟ ਹੋਮ ਇਜ਼ ਦੀ ਬੈਸਟ। ਤੇ ਆਪਣੇ ਘਰ ਵਿੱਚ ਆ ਕਰਕੇ ਜੋ ਉਸ ਨੂੰ ਸਕੂਨ ਪ੍ਰਾਪਤ ਹੁੰਦਾ ਹੈ ਉਸ ਨੂੰ ਬਰਕਰਾਰ ਰੱਖਣ ਲਈ ਇਹ ਜੋ ਰੋਲ ਹੈ ਸਾਡੀਆਂ ਮਾਵਾਂ ਦਾ, ਸਾਡੀਆਂ ਭੈਣਾਂ ਦਾ, ਸਾਡੀ ਪਤਨੀ ਦਾ, ਔਰ ਜਿਹੜੇ ਘਰ ਦੇ ਵਿੱਚ ਅਸੀਂ ਵਿਆਹ ਕਰਕੇ ਆਪਣੀ ਨੂੰਹ ਲਿਆਉਂਦੇ ਆ ਉਹਨਾਂ ਦਾ ਜਿਹੜਾ ਬੈਲੈਂਸਡ ਰੋਲ ਜਿਹੜਾ ਹੈ ਉਹ ਫੈਮਿਲੀ ਦੇ ਵਿੱਚ ਹੋਣਾ ਚਾਹੀਦਾ ਹੈ। ਉਹ ਅੱਜ ਦਾ ਇਨਸਾਨ ਸੁਖ ਆਰਾਮ ਸ਼ਾਂਤੀ ਪੈਸੇ ਨਾਲ ਖਰੀਦਣਾ ਚਾਹੁੰਦਾ ਹੈ ਅਤੇ ਇਸੇ ਕਾਰਨ ਇਨਸਾਨ ਪੈਸੇ ਦੀ ਦੌੜ ਮਗਰ ਪੈ ਗਿਆ ਹੈ। ਮੇਰੇ ਵਿਚਾਰ ਅਨੁਸਾਰ ਅੱਜ ਦੀ ਇਸਤਰੀ ਸਬਰ ਸੰਤੋਖ ਵਿੱਚ ਯਕੀਨ ਰੱਖ ਲਵੇ, ਜਿਵੇਂ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਬਿਨਾ ਸੰਤੋਖ ਨਹੀਂ ਕੋ ਰਾਜਾ ਹੈ, ਸੁਪਰ ਮਨੋਰਥ ਬਿਰਥੇ ਸਭ ਕਾਜ। 279 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਇਹ ਗੱਲ ਜਿਹੜੀ ਹੈ ਉਹ ਦਰਜ ਹੈ। ਜਿਸ ਦਿਨ ਇਸ ਗੱਲ ਦੀ ਸੋਝੀ ਇਸਤਰੀ ਨੂੰ ਆ ਜਾਵੇਗੀ ਤਾਂ ਉਹ ਆਪਣੇ ਪਰਿਵਾਰ ਬੱਚਿਆਂ ਨੂੰ ਵੀ ਸਬਰ ਦੀ ਜ਼ਿੰਦਗੀ ਬਤੀਤ ਕਰਨੀ ਸਿਖਾ ਦੇਵੇਗੀ। ਮੈਂ ਬੇਨਤੀ ਕਰਦੇ ਹਾਂ ਕਿ ਇਹ ਜੋ ਵਿਚਾਰ ਹਨ ਉਹ ਕੇਵਲ ਇਸਤਰੀ ਵਾਸਤੇ ਨਹੀਂ ਹਨ, ਇਹ ਪੁਰਸ਼ ਵਾਸਤੇ ਹੀ ਹਨ। ਜਿੰਨੀ ਜ਼ਿੰਮੇਵਾਰੀ ਪਰਿਵਾਰ ਨੂੰ ਬੈਲੈਂਸ ਵਿੱਚ ਰੱਖਣ ਦੀ, ਸੁਖ ਸ਼ਾਂਤੀ ਰੱਖਣ ਦੀ ਔਰਤ ਦੀ ਹੈ, ਉਤਨੀ ਹੀ ਮਰਦ ਦੀ ਵੀ ਹੈ। ਸਿੱਖ ਪੰਥ ਨੂੰ ਤਾਂ ਚੜ੍ਹਦੀ ਕਲਾ ਵਿੱਚ ਲੈ ਜਾਣ ਲਈ ਔਰਤ ਨੇ ਬੇਹੱਦ ਯੋਗਦਾਨ ਪਾਇਆ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਕਿਸੇ ਨੇ ਭੈਣ ਦੇ ਰਿਸ਼ਤੇ ਵਿੱਚ, ਕਿਸੇ ਨੇ ਮਾਂ ਦੇ ਰਿਸ਼ਤੇ ਵਿੱਚ, ਕਿਸੇ ਨੇ ਪਤਨੀ ਦੇ ਰਿਸ਼ਤੇ ਵਿੱਚ ਅਤੇ ਕਿਸੇ ਨੇ ਨੂੰਹ ਦੇ ਰਿਸ਼ਤੇ ਵਿੱਚ। ਸਿੱਖ ਪੰਥ ਦੀ ਪਹਿਲੀ ਬੀਬੀ ਬੇਬੇ ਨਾਨਕੀ ਜੀ, ਜਿਸ ਨੂੰ ਸਾਰੇ ਪੰਥ ਦੀ ਭੈਣ ਹੋਣ ਦਾ ਮਾਣ ਪ੍ਰਾਪਤ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ, ਜਿਸ ਨੇ ਗੁਰੂ ਨਾਨਕ ਦੇਵ ਜੀ ਅੰਦਰ ਜਗਦੀ ਜੋਤ ਨੂੰ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਅਤੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਮੇਰਾ ਵੀਰ ਕੋਈ ਐਰਾ ਗੈਰਾ ਨਹੀਂ, ਇਹ ਤਾਂ ਨਿਰੰਕਾਰ ਵੱਲੋਂ ਭੇਜੀ ਹੋਈ ਦੁਨੀਆ ਨੂੰ ਰੋਸ਼ਨੀ ਦੇਣ ਵਾਲੀ ਇੱਕ ਰੂਹ ਹੈ, ਇੱਕ ਜੋਤ ਹੈ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਉਧਾਰ ਕਰਨ ਲਈ ਉਦਾਸੀਆਂ ਲਈ ਨਿਕਲੇ ਤਾਂ ਭੈਣ ਨਾਨਕੀ ਹੀ ਸੀ ਜਿਸ ਨੇ ਗੁਰੂ ਜੀ ਦੀ ਸੁਪਤਨੀ ਮਾਤਾ ਸੁਲੱਖਣੀ ਜੀ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਗੁਰੂ ਸਾਹਿਬ ਨੂੰ ਪਰਿਵਾਰਕ ਜ਼ਿੰਮੇਵਾਰੀ ਤੋਂ ਦੂਰ ਰੱਖ ਕੇ ਸੁਰਖਰੂ ਕੀਤਾ ਕਿ ਵੀਰ ਤੂੰ ਜਾ, ਜਗਤ ਜਲੰਦੇ ਨੂੰ ਠਾਰਨ ਲਈ ਇੱਕ ਓਂਕਾਰ ਦਾ ਸੰਦੇਸ਼ ਦੁਨੀਆ 'ਚ ਦੇਣ ਵਾਸਤੇ ਤੂੰ ਜਾ, ਤੇ ਪਿੱਛੋਂ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਂ ਆਪਣੀ ਭਰਜਾਈ ਦੇ ਨਾਲ ਸੰਭਾਲਾਂਗੀ। ਬੇਬੇ ਨਾਨਕੀ ਨੂੰ ਵੀਰ ਨਾਨਕ ਦੀ ਭੈਣ ਹੋਣ ਦਾ ਮਾਣ ਉਹਨਾਂ ਦੇ ਪਤੀ ਜੈ ਰਾਮ ਜੀ ਵੱਲੋਂ ਵੀ ਵਡਿਆ ਕੇ ਕੀਤਾ ਗਿਆ। ਇਹ ਪਤਨੀ ਤੂੰ ਧਨ ਹੈ ਤੇਰਾ ਵੀਰ, ਤੇ ਕੁਝ ਧਨਤਾ ਦੇ ਯੋਗ ਅਸੀਂ ਵੀ ਹਾਂ ਜੋ ਤੇਰੇ ਵਰਗੀ ਨੇਕ ਜਨ ਇਸਤਰੀ ਨਾਲ ਸਾਡਾ ਸੰਜੋਗ ਬਣਿਆ। ਵੀਰ ਨਾਨਕ ਨੂੰ ਰਬਾਬ ਭੇਟ ਕਰਕੇ ਬੇਬੇ ਨਾਨਕੀ ਜੀ ਨੇ ਸਾਰੇ ਸਿੱਖ ਪੰਥ ਦੀ ਭੈਣ ਅਖਵਾਈ। ਇਹ ਇੱਕ ਬੜੀ ਵੱਡੀ ਦੇਣ ਹੈ ਸਿੱਖ ਇਸਤਰੀ ਦੀ ਬੀਬੀ ਨਾਨਕੀ ਦੇ ਰੂਪ ਵਿੱਚ ਕਿ ਉਹਨਾਂ ਨੇ ਜੋ ਭਾਈ ਮਰਦਾਨਾ ਦੀ ਰਬਾਬ ਸੀਗੀ ਉਸ ਨੂੰ ਸੋਹਣੀ ਰਬਾਬ ਜਿਹੜੀ ਹੈ ਉਹ ਲੈ ਕਰਕੇ ਦਿੱਤੀ, ਨਵੀਂ ਰਬਾਬ ਲੈ ਕੇ ਦਿੱਤੀ ਕਿ ਤੁਸੀਂ ਮੇਰੇ ਵੀਰ ਦਾ ਸੰਗ ਕਰ ਰਹੇ ਹੋ ਤੇ ਤੁਸੀਂ ਇਹ ਸਾਜ਼ ਲੈ ਕੇ ਜਾਓ। ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ
ਲੰਗਰ ਸੰਸਥਾ ਦੀ ਪਹਿਲੀ ਸੰਚਾਲਕ ਬਣੀ। ਘਿਓ ਵਾਲੀ ਖੀਰ ਵਰਗਾ ਵਰਤਾ ਕੇ ਮਾਤਾ ਸੰਘਣੇ ਪੱਤਿਆਂ ਵਾਲੇ ਦਰਖਤ ਦੀ ਛਾਂ ਬਣੀ। ਸਾਰੀ ਸੰਗਤ ਲਈ ਅਤੇ ਆਪਣੇ ਆਪਣਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਾਉਣ ਦੀ ਵੀ ਹੱਕਦਾਰ ਬਣੀ। ਉਹ ਪਹਿਲੀ ਸਿੱਖ ਬੀਬੀ ਹੈ ਜਿਸ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਵਰਤਮਾਨ ਸਮੇਂ ਵਿੱਚ ਵੀ ਖਡੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਘਿਓ ਵਾਲੀ ਖੀਰ ਵਰਤਾਈ ਜਾਂਦੀ ਹੈ। ਮਾਤਾ ਖੀਵੀ ਜੀ ਦੀ ਕਾਲ ਕਮਾਈ ਬਾਰੇ ਗੁਰੂ ਘਰ ਦੇ ਰਬਾਬੀ ਜੀ ਨੇ ਫਰਮਾਇਆ ਹੈ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਸੱਤੇ ਬਲਵੰਡ ਦੀ ਵਾਰ, ਅੰਕ 967, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਗਲੀ ਬੀਬੀ ਦਾ ਜ਼ਿਕਰ ਕਰਦੇ ਹਾਂ ਸਿੱਖ ਪੰਥ ਵਿੱਚ। ਸਿੱਖ ਪੰਥ ਦੀ ਪਹਿਲੀ ਪ੍ਰਚਾਰਕ ਬੀਬੀ ਅਮਰੋ ਨੂੰ ਮਾਤਾ ਖੀਵੀ ਨੇ ਗੁਰਬਾਣੀ ਦੀ ਐਸੀ ਗੁੜਤੀ ਦਿੱਤੀ ਕਿ ਉਸ ਨੇ ਨੂੰਹ ਦੇ ਰਿਸ਼ਤੇ ਨਾਲ ਸਹੁਰੇ ਘਰ ਵਿੱਚ ਬਾਣੀ ਤਾਂ ਐਸਾ ਬੀਜ ਦਿੱਤਾ ਜੋ ਉਗਾਹ ਜਾ ਕੇ ਗੁਰੂ ਪਦਵੀ ਨੂੰ ਪ੍ਰਾਪਤ ਹੋਇਆ। ਮੈਂ ਤੇ ਬੇਨਤੀ ਕਰਾਂਗੇ ਟੂਕ ਮਾਤਰ ਹੀ ਇਹਨਾਂ ਬੀਬੀਆਂ ਦੇ ਜੀਵਨ ਬਾਰੇ ਇੱਕ ਸੰਕੇਤ ਜਿਹੜਾ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ, ਲੇਕਿਨ ਇਹਨਾਂ ਬਾਰੇ ਅਲੱਗ ਜਿਹੜੇ ਹਨ ਉਹ ਵੀ ਮਟੀਰੀਅਲ ਜਿਹੜਾ ਅਵੇਲੇਬਲ ਹੈ, ਤੇ ਸਮਾਂ ਮਿਲੇਗਾ ਤੇ ਮੈਂ ਉਹ ਵੀ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਕਿ ਜਿਹੜਾ ਕਿ ਇੱਕ ਬੜੀ ਅੱਛੀ ਰਾਈਟਰ ਹੈ, ਉਹਨਾਂ ਨੇ ਪੂਰੀ ਕਿਤਾਬ ਵਿੱਚ ਸਿੱਖ ਬੀਬੀਆਂ ਦੇ ਜਿਹੜੇ ਸਿੱਖ ਗੁਰੂ ਕੇ ਮਹਿਲ ਹਨ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਲਿਖਿਆ ਹੈ। ਤੋ ਮਾਤਾ ਬੀਬੀ ਅਮਰੋ ਜੀ ਨੇ ਐਸਾ ਬੀਜ ਦਿੱਤਾ ਜੋ ਅਗਾਂਹ ਜਾ ਕੇ ਗੁਰੂ ਪਦਵੀ ਨੂੰ ਪ੍ਰਾਪਤ ਹੋਇਆ। ਮਾਤਾ ਭਾਨੀ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਅਜਿਹੀ ਅਸੀਸ ਦਿੱਤੀ ਕਿ ਤਤੀ ਤਵੀ ਉੱਪਰ ਬੈਠ ਕੇ ਵੀ ਸੀ ਨਹੀਂ ਕੀਤੀ। ਮੈਂ ਬੇਨਤੀ ਕਰਾਂ ਕਿ ਮਾਂ ਜਿਹੜੀ ਹੈ ਉਹ ਗੁਰੂ ਤੋਂ ਬਾਅਦ ਪਹਿਲੀ ਟੀਚਰ ਹੈ, ਜੋ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਤੇ ਉਹਨੂੰ ਗੁਰਮੁਖ ਵੀ ਬਣਾਉਂਦੀ ਹੈ। ਤੇ ਜੇ ਮਾਂ ਪੁੱਤਰ ਨੂੰ ਗੁਰੂ ਦੇ ਨਾਲ ਜੋੜ ਦੇਵੇ ਤੇ ਉਹ ਪੁੱਤਰ ਜਿਹੜਾ ਹੈ ਉਹ ਗੁਰਮੁਖ ਬਣ ਜਾਂਦਾ ਹੈ। ਉਹ ਇਹ ਅਸੀਸ ਮਾਤਾ ਭਾਨੀ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਚਪਨ ਵਿੱਚ ਹੀ ਦਿੱਤੀ, ਜਿਸ ਦੇ ਸਦਕਾ ਉਹਨਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਜਿਹੜੇ ਹਨ ਉਹ ਪ੍ਰਫੁੱਲਤ ਹੋਏ ਤੇ ਤਤੀ ਤਵੀ ਉੱਪਰ ਬੈਠ ਕੇ ਵੀ ਉਹਨਾਂ ਨੇ ਸੀ ਨਹੀਂ ਕੀਤਾ। ਕਿਆ ਹੁਆ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ। ਉਹ ਹਰੀ ਨਾਮ ਦੀ ਯਾਨੀ ਠੰਡ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਹੈ ਉਹ ਘੁੱਟ ਕੇ ਭਰੀ ਹੋਈ ਸੀ। ਸਮਰਪਣ ਭਾਵ ਅਤੇ ਤਿਆਗ ਦੀ ਮੂਰਤੀ ਹੋਣ ਕਾਰਨ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਮਿਲਿਆ। ਸਿੱਖ ਇਸਤਰੀਆਂ ਵਿੱਚ ਪਹਿਲੀ ਸ਼ਹੀਦ ਸਿੱਖ ਇਸਤਰੀ ਮਾਤਾ ਗੁਜਰ ਕੌਰ ਜੀ ਸਨ, ਜਿਨ੍ਹਾਂ ਨੇ ਮਾਂ ਪਤਨੀ ਅਤੇ ਦਾਦੀ ਦੇ ਰਿਸ਼ਤੇ ਵਿੱਚ ਸਿੱਖ ਪੰਥ ਦੀ ਅਗਵਾਈ ਕੀਤੀ। ਧਰਮ ਅਤੇ ਕੌਮ ਖਾਤਰ ਸਾਰਾ ਸਰਬੰਸ ਵਾਰ ਦਿੱਤਾ। ਮਾਤਾ ਸੁੰਦਰ ਕੌਰ ਜੀ ਨੇ ਪੰਥ ਨੂੰ ਦੋ ਫਾੜ ਹੋਣ ਤੋਂ ਬਚਾ ਕੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਜੇਕਰ ਮਾਤਾ ਭਾਗ ਕੌਰ ਜੀ ਗੁਰੂ ਸਾਹਿਬ ਜੀ ਤੋਂ ਵਿਛੜ ਕੇ ਆਏ ਸਿੰਘਾਂ ਨੂੰ ਲਾਹਨਤਾਂ ਨਾ ਪਾਉਂਦੇ ਤਾਂ ਅੱਜ ਸਿੱਖ ਪੰਥ ਦਾ ਇਤਿਹਾਸ ਹੀ ਹੋਰ ਹੁੰਦਾ। ਆਓ ਆਪਾਂ ਹੁਣ ਵਿਚਾਰ ਕਰੀਏ ਕਿ ਅੱਜ ਸਿੱਖ ਪਰਿਵਾਰਾਂ ਵਿੱਚ ਬੀਬੀਆਂ ਕਿਵੇਂ ਤੇ ਕਿੰਨਾ ਯੋਗਦਾਨ ਪਾ ਰਹੀਆਂ ਹਨ। ਪਰਿਵਾਰਾਂ ਨੂੰ ਖੁਸ਼ਹਾਲ ਅਤੇ ਸ਼ਾਂਤੀ ਵਿੱਚ ਰੱਖਣ ਦਾ ਸਭ ਤੋਂ ਵੱਧ ਰੋਲ ਮਾਂ ਅਤੇ ਪਤਨੀ ਦਾ ਹੁੰਦਾ ਹੈ। ਅੱਜ ਲੜਕੀਆਂ ਦਾ ਅੱਧਾ ਨੰਗਾ ਲਿਬਾਸ ਵੇਖ ਕੇ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ। ਪਹਿਲਾਂ ਤਾਂ ਮਾਂ ਇਹ ਸਮਝ ਕੇ ਆਪਣੀ ਬੇਟੀ ਨੂੰ ਪੁੱਠੇ ਸਿੱਧੇ ਕੱਪੜੇ ਪਵਾ ਦਿੰਦੀ ਹੈ ਕਿ ਅਜੇ ਬੱਚੀ ਹੈ, ਪਰ ਜਦੋਂ ਲੜਕੀ ਵੱਡੀ ਹੋ ਜਾਂਦੀ ਹੈ ਤਾਂ ਉਹ ਉਸੇ ਡਰੈਸ ਨੂੰ ਪਾਉਣਾ ਆਪਣਾ ਹੱਕ ਸਮਝਦੀ ਹੈ, ਕਿਉਂਕਿ ਉਸਨੇ ਜੋ ਬਚਪਨ ਵਿੱਚ ਦੇਖਿਆ ਤੇ ਪਹਿਨਿਆ ਉਸ ਵਿੱਚ ਹੀ ਢਲਣਾ ਚਾਹੁੰਦੀ ਹੈ। ਦੁਪੱਟਾ ਜਿਸ ਨੂੰ ਕਦੇ ਇਸਤਰੀ ਦੇ ਸਿਰ ਦੀ ਇੱਜ਼ਤ ਸਮਝਿਆ ਜਾਂਦਾ ਸੀ, ਅੱਜ ਸਿਰਾਂ ਤੋਂ ਤਾਂ ਕਿ ਗਲਾਂ ਵਿੱਚੋਂ ਹੀ ਗਾਇਬ ਹੋ ਗਿਆ ਹੈ। ਇੱਕ ਸੱਜੀ ਮਾਂ ਹੀ ਆਪਣੀ ਬੱਚੀ ਨੂੰ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਯਾਦ ਕਰਵਾ ਕੇ ਰਸੋਈ ਵਿਦਿਆ ਅਤੇ ਘਰ ਦੇ ਹੋਰ ਕੰਮਾਂ ਕਾਰਾਂ ਵਿੱਚ ਨਿਪੁੰਨ ਕਰਨ ਲਈ ਪ੍ਰੇਰ ਸਕਦੀ ਹੈ।
ਇੱਕ ਚੰਗੀ ਮਾਂ ਹੀ ਬੇਟੀ ਨੂੰ ਪਤੀ ਸੁਲੱਖਣੀ, ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ ਬਣਾ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 371 ਉੱਪਰ ਇਹ ਬੋਲ ਜਿਹੜੇ ਹਨ ਉਹ ਸੁਭਾਇਮਾਨ ਹਨ। ਜੋ ਇਸਤਰੀ ਆਪ ਗੁਣਵੰਤੀ, ਪਤੀ ਸੁਲੱਖਣੀ ਹੋਵੇਗੀ, ਪਰਿਵਾਰ ਨੂੰ ਸਹੀ ਸੇਧ ਦੇਣ ਦੇ ਕਾਬਲ ਹੋਵੇਗੀ, ਉਹ ਘਰ ਧਨ ਹੋਣਗੇ। ਜਿੱਥੇ ਐਸੀ ਇਸਤਰੀ ਹੋਵੇਗੀ ਉੱਥੇ ਸਦਾ ਹੀ ਜਨ ਨਾਨਕ ਸੁਖੇ ਸੁਖ ਵਿਹਾਏ ਹੋ ਜਾਂਦੀ ਹੈ। ਫਿਰ ਰਸੋਈ ਵਿਦਿਆ ਦੀ ਮਹੱਤਤਾ ਦੱਸੀ ਹੈ। ਜੋ ਪੁਰਖੇ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮੀਠੇ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1413 ਦੇ ਉੱਪਰ ਇਹ ਮਹਾਨ ਬੋਲ ਜਿਹੜੇ ਹਨ ਉਹ ਦਰਜ ਹਨ। ਜੇਕਰ ਮਾਤਾ ਆਪ ਹੀ ਮਨਮੁਖ, ਮੈਲੀ, ਕਾਮਣੀ, ਕੁਲੱਖਣੀ, ਕੁਨਾਰ ਬਣ ਜਾਏ ਅਤੇ ਸਹਿਜ ਸਬਰ ਅਤੇ ਸੰਤੋਖ ਨਾਲ ਭਰਪੂਰ ਨਾ ਹੋਵੇ ਤਾਂ ਆਪਾਂ ਕਿਵੇਂ ਆਸ ਕਰ ਸਕਦੇ ਹਾਂ ਕਿ ਉਹ ਆਪਣੀ ਬੇਟੀ ਨੂੰ ਇੱਕ ਸੁਚੱਜੀ ਗ੍ਰਹਿਣੀ ਬਣਾਵੇਗੀ। ਇਸ ਬੱਚੀ ਨੇ ਹੀ ਕਿਸੇ ਨਾ ਕਿਸੇ ਘਰ ਦੀ ਨੂੰਹ ਬਣਨਾ ਹੁੰਦਾ ਹੈ। ਨੂੰਹ ਸੱਸ ਦੇ ਰਿਸ਼ਤੇ ਨੂੰ ਸੁਖਾਵਾਂ ਬਣਾਉਣ ਲਈ ਨੂੰਹ ਦੀ ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ। ਜ਼ਿਆਦਾਤਰ ਮਾਵਾਂ ਆਪਣੀ ਬੇਟੀ ਦੇ ਅੰਦਰ ਸੱਸ ਦੇ ਰਿਸ਼ਤੇ ਦਾ ਡਰ ਬਚਪਨ ਵਿੱਚ ਹੀ ਪੈਦਾ ਕਰ ਦਿੰਦੀਆਂ ਹਨ ਕਿ ਸੱਸ ਕੋਲ ਜਾਵੇਂਗੀ ਫਿਰ ਪਤਾ ਲੱਗੇਗਾ। ਕਰ ਲੈ ਧੀਏ ਮਾਂ ਦੇ ਸਿਰ ਤੇ ਐਸ਼, ਸੱਸ ਤਾਂ ਤੈਨੂੰ ਟਿਕਾਣੇ ਲਾ ਕੇ ਰੱਖੇਗੀ। ਇਸ ਤਰ੍ਹਾਂ ਲੜਕੀ ਦੇ ਮਨ ਵਿੱਚ ਪਹਿਲਾਂ ਹੀ ਬਿਠਾ ਦਿੱਤਾ ਜਾਂਦਾ ਹੈ ਕਿ ਸੱਸ ਇੱਕ ਮਾਂ ਨਹੀਂ ਹਵਾ ਹੈ। ਆਪਣੀਆਂ ਬੱਚੀਆਂ ਨੂੰ ਇਹ ਸਮਝਾਓ ਕਿ ਸੱਸ ਵੀ ਇੱਕ ਮਾਂ ਹੈ ਜੋ ਆਪਣੇ ਪੁੱਤਰ ਦੀ ਘਰ ਗ੍ਰਸਤੀ ਦੀ ਨੀਂਹ ਤਿਆਰ ਕਰਦੀ ਹੈ। ਉਸ ਨੂੰਹ ਨੂੰ ਜੇਕਰ ਨੂੰਹ ਦੇ ਪਿਆਰ ਅਤੇ ਸਤਿਕਾਰ ਦੇ ਬੋਲਾਂ ਨਾਲ ਸਿੰਜੇਗੀ ਤਾਂ ਘਰ ਦਾ ਮਾਹੌਲ ਖੁਸ਼ੀਆਂ ਭਰਾ ਹੋਵੇਗਾ। ਵੱਡੇ ਬਜ਼ੁਰਗ ਦਾ ਮਾਨ ਸਨਮਾਨ ਹੀ ਮੰਗਦੇ ਹਨ ਅਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ। ਹਰ ਮਾਂ ਆਪਣੇ ਬੱਚੇ ਲਈ ਸੁਖ ਸ਼ਾਂਤੀ ਚਾਹੁੰਦੀ ਹੈ। ਅੱਜ ਕੱਲ ਤਾਂ ਵੈਸੇ ਹੀ ਸੱਸਾਂ ਨੂੰਹਾਂ ਪੜ੍ਹੀਆਂ ਲਿਖੀਆਂ ਹਨ। ਉਹ ਵਕਤ ਲੰਘ ਗਏ ਜਦੋਂ ਨੂੰਹ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਸਮੇਂ ਦੇ ਫੇਰ ਬਦਲਦੇ ਹੀ ਰਹਿਣਾ ਹੈ। ਅੱਜ ਦੀ ਨੂੰਹ ਨੂੰ ਕੱਲ ਨੂੰ ਸੱਸ ਬਣਨਾ ਹੈ। ਫਿਰ ਅਹਿਸਾਸ ਹੋਵੇਗਾ ਕਿ ਠੀਕ ਸੀ ਅਤੇ ਕੀ ਗਲਤ। ਅੱਜ ਤੱਕ ਲੜਕੀਆਂ ਸਿੱਖਿਅਤ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪਰਿਵਾਰ ਟੁੱਟਦੇ ਨਜ਼ਰ ਆ ਰਹੇ। ਮੈਂ ਇੱਥੇ ਬੇਨਤੀ ਕਰ ਦਿਆਂਗਾ ਕਿ ਇਹ ਜੋ ਵਿਚਾਰ ਹਨ ਇਹ ਕੇਵਲ ਨੂੰਹ ਤੇ ਲਾਗੂ ਨਹੀਂ ਹੁੰਦੇ, ਇਹ ਸੱਸ ਤੇ ਵੀ ਲਾਗੂ ਹੁੰਦੇ ਹਨ। ਕਿ ਸੱਸ ਵੀ ਅਗਰ ਇਹ ਸਮਝੇ ਕਿ ਮੈਂ ਜਿਹੜੀ ਆਪਣੇ ਪੁੱਤਰ ਨੂੰ ਸਹੇੜ ਕੇ ਨੂੰਹ ਲਿਆ ਰਹੀ ਹਾਂ, ਉਹਨੂੰ ਮੈਂ ਆਪਣੀ ਧੀ ਵਰਗਾ ਸਥਾਨ ਦਿਆਂ, ਆਪਣੀ ਧੀ ਵਰਗਾ ਪਿਆਰ ਦਿਆਂ, ਤਾਂ ਕਿ ਮੇਰੇ ਪੁੱਤਰ ਦਾ ਘਰ ਵਸਦਾ ਰਹੇ ਔਰ ਸੁਖ ਸ਼ਾਂਤੀ ਰਹੇ। ਅਗਰ ਦੋਨਾਂ ਪਾਸਿਆਂ ਦੇ ਬੈਲੈਂਸ ਵਿਚਾਰ ਹੋਣਗੇ ਤੇ ਤਾਂ ਮੈਨੂੰ ਪੂਰੀ ਆਸ ਹੈ ਕਿ ਉਹ ਘਰ ਕਦੀ ਟੁੱਟਣਗੇ ਨਹੀਂ, ਉਹਨਾਂ ਘਰਾਂ 'ਚ ਕਦੀ ਵੀ ਕਲੇਸ਼ ਨਹੀਂ ਹੋਏਗਾ ਤੇ ਉਹ ਬੜੇ ਸੁਖ ਆਰਾਮ ਦੇ ਨਾਲ ਉਹ ਗ੍ਰਸਤੀ ਜਿਹੜੀ ਅੱਗੇ ਜਿਹੜੀ ਤੁਰੇਗੀ। ਭਾਰਤੀ ਸਮਾਜ ਨੂੰ ਉਂਝ ਵੀ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਹੈ, ਜਿਸ ਵਿੱਚ ਔਰਤ ਅੱਜ ਵੀ 3 ਪੱਪਿਆਂ ਦੀ ਮੁਹਤਾਜ ਸਮਝੀ ਜਾਂਦੀ ਹੈ। ਬਚਪਨ ਵਿੱਚ ਪਿਤਾ ਦੀ, ਜਵਾਨੀ ਵਿੱਚ ਪਤੀ ਦੀ ਅਤੇ ਬੁਢੇਪੇ ਵਿੱਚ ਪੁੱਤਰਾਂ ਦੀ। ਸੰਵਿਧਾਨ ਨੇ ਬਹੁਤ ਹੱਕ ਔਰਤ ਨੂੰ ਦਿੱਤੇ ਹਨ, ਪਰ ਬਹੁਤ ਜਗ੍ਹਾ ਹੱਕਾਂ ਦੀ ਗਲਤ ਵਰਤੋਂ ਹੋ ਰਹੀ ਹੈ। ਜਿਉਂ-ਜਿਉਂ ਪੜ੍ਹਾਈ ਦੇ ਖੇਤਰ ਵਿੱਚ ਵਾਧਾ ਹੋਇਆ ਹੈ, ਉੱਥੇ ਔਰਤਾਂ ਨੂੰ ਮਿਲੇ ਹੋਏ ਹੱਕਾਂ ਦੀ ਗਲਤ ਵਰਤੋਂ ਵੀ ਕੀਤੀ ਜਾਂਦੀ। ਅੱਜ ਅਦਾਲਤਾਂ ਵਿੱਚ 75% ਕੇਸ ਤਲਾਕ ਦੇ ਚੱਲ ਰਹੇ ਹਨ। ਪਰਿਵਾਰ ਟੁੱਟਦੇ ਜਾ ਰਹੇ ਹਨ। ਮਾਂ-ਬਾਪ ਦੀ ਗਲਤ ਸਿੱਖਿਆ, ਗਲਤ ਸੇਧ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ, ਕਿਉਂਕਿ ਹਰ ਕੇਸ ਵਿੱਚ ਦਾਜ ਮੰਗਦੇ ਹਨ ਦਾ ਇਲਜ਼ਾਮ ਲੱਗਦਾ ਹੈ। ਸੱਸ ਸਹੁਰੇ ਉੱਤੇ ਜਦੋਂ ਕਿ ਐਡਜਸਟਮੈਂਟ ਲੜਕੇ ਲੜਕੀ ਦੀ ਆਪਣੀ ਨਹੀਂ ਹੁੰਦੀ, ਇਲਜ਼ਾਮ ਸਹੁਰੇ ਤੇ ਲੱਗ ਜਾਂਦਾ ਜਾਂ ਸੱਸ ਤੇ ਲੱਗ ਜਾਂਦਾ, ਜਦੋਂ ਕਿ ਸਚਾਈ ਦਾਜ ਦੀ ਨਾ ਹੋ ਕਰਕੇ ਹੋਰ ਕਾਰਨਾਂ ਕਰਕੇ ਹੁੰਦੀ ਹੈ। ਅਸਲ ਵਿੱਚ ਔਰਤ ਦੀ ਹਾਲਤ ਉੱਥੇ ਮਾੜੀ ਹੈ ਜਿੱਥੇ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਭੁੱਲਦੇ ਜਾ ਰਹੇ ਹਾਂ। ਇਸਤਰੀ ਜੇਕਰ ਗੁਰਬਾਣੀ ਦਾ ਆਸਰਾ ਲੈ ਕੇ ਆਪਣੀ ਮਾਨਸਿਕਤਾ ਨੂੰ ਉੱਚੀਆਂ ਚੁੱਕਦੀ ਹੈ ਤਾਂ ਉਹ ਬੇਵਸ, ਲਾਚਾਰ ਜਾਂ ਕਮਜ਼ੋਰ ਨਹੀਂ ਰਹਿੰਦੀ,
ਸਗੋਂ ਗੁਣਵੰਤੀ ਸੰਪੂਰਨ ਸੁਲੱਖਣੀ ਬਣ ਕੇ ਸ਼ੋਭਾ ਪਾਉਂਦੀ ਹੈ ਤੇ ਪਰਿਵਾਰ ਦਾ ਮਾਣ ਵੀ ਵਧਾਉਂਦੀ ਹੈ। ਆਪਣੇ ਪੇਕਿਆਂ ਦਾ ਮਾਣ ਵੀ ਵਧਾਉਂਦੀ ਹੈ ਕਿ ਚੰਗੇ ਘਰੋਂ ਸਾਡੀ ਨੂੰਹ ਆਈ ਹੈ, ਕਿ ਇਸ ਨੇ ਇਸ ਘਰ ਨੂੰ ਜਿਹੜਾ ਹੈ ਉਹ ਬਿਲਕੁਲ ਹੀ ਜਿਹੜਾ ਸੋਹਣਾ ਬਣਾ ਦਿੱਤਾ ਹੈ ਔਰ ਸ਼ਾਂਤੀ ਬਣਾ ਦਿੱਤੀ ਹੈ, ਸਾਡੇ ਘਰ ਨੂੰ ਅੱਗੇ ਚਲਾ ਰਹੀ ਹੈ ਔਰ ਬੱਚਿਆਂ ਨੂੰ ਨਾਲ ਚੰਗੀ ਸਿੱਖਿਆ ਦੇ ਰਹੀ ਹੈ। ਬਹੁਤ ਹੱਦ ਤੱਕ ਘਰਾਂ ਵਿੱਚ ਸੱਸ ਨੂੰ, ਦਰਾਣੀ ਜਠਾਣੀ, ਨਨਾਣ ਭਰਜਾਈ ਦੇ ਤਾਹਨੇ ਮਿਹਣੇ ਆਦਿ ਜਿਹੜੇ ਹਨ ਉਹ ਗੱਲਾਂ ਖਤਮ ਹੋ ਸਕਦੀਆਂ ਹਨ ਜੇਕਰ ਥੋੜਾ ਜਿਹਾ ਦੂਰ ਦ੍ਰਿਸ਼ਟੀ ਨਾਲ ਨਜਿੱਠਿਆ ਜਾਏ। ਜਦੋਂ ਆਨੰਦ ਕਾਰਜ ਦੀ ਰਸਮ ਹੁੰਦੀ ਹੈ ਤਾਂ ਉਸ ਸਮੇਂ ਜੋ ਵੀ ਉੱਥੇ ਗ੍ਰੰਥੀ ਸਿੰਘ, ਪ੍ਰਚਾਰਕ ਜਾਂ ਕੋਈ ਸਿਆਣਾ ਬੰਦਾ ਉੱਠ ਕੇ ਉਪਦੇਸ਼ ਦਿੰਦਾ ਹੈ ਔਰ ਇਹ ਕਹਿੰਦਾ ਹੈ ਕਿ ਜੇ ਗੁਰਬਾਣੀ ਦਾ ਫਰਮਾਨ ਹੈ, ਨਿਮਨ ਸੋ ਅੱਖਰ ਖਵਨ ਗੁਣ, ਜੇ ਮਣੀਆਂ ਮੰਤ ਇਹ ਤੈ ਭੈਣੇ ਵੇਸ ਕਰ, ਤਾਂ ਵਸ ਆਵੇ ਕੰਤ। ਇਹ ਮਹਾਨ ਬੋਲ ਪੰਨਾ 1384 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਇਮਾਨ ਹਨ। ਭਾਵੇਂ ਇਹ ਸ਼ਬਦ ਪਰਮੇਸ਼ਰ ਪਤੀ ਨੂੰ ਸਮਝ ਕੇ ਉਚਾਰਿਆ ਗਿਆ ਹੈ, ਪਰ ਫਿਰ ਵੀ ਇਹ ਦ੍ਰਿਸ਼ਟਾਂਤ ਤਾਂ ਸੱਚੇ ਪਾਤਸ਼ਾਹ ਨੇ ਸ੍ਰਿਸ਼ਟੀ ਵਿੱਚੋਂ ਹੀ ਲਿਆ ਹੈ। ਫਿਰ ਸਾਡੇ ਘਰਾਂ ਵਿੱਚ ਝਗੜੇ ਵੱਧਦੇ ਤਲਾਕ ਤੱਕ ਕਿਉਂ ਪਹੁੰਚ ਜਾਂਦੇ ਹਨ? ਇਹ ਨਾ ਨੂੰਹਾਂ ਲਈ ਤੇ ਨਾ ਸਹੁਰੇ ਪਰਿਵਾਰ ਨੂੰ ਸ਼ੋਭਾ ਦਿੰਦਾ ਹੈ। ਜਿਸ ਪਰਿਵਾਰ ਦੇ ਵਿੱਚ ਨੂੰਹ ਸੁਖੀ ਨਹੀਂ ਔਰ ਜਿਸ ਪਰਿਵਾਰ ਦੇ ਅੰਦਰ ਸੱਸ ਸੁਖੀ ਨਹੀਂ, ਉੱਥੇ ਜਿਹੜੇ ਝਗੜੇ ਇਹ ਵੱਧਦੇ ਤਲਾਕ ਤੱਕ ਔਰ ਕੋਰਟ ਵਿੱਚ ਪਹੁੰਚ ਜਾਂਦੇ ਹਨ। ਇਸ ਲਈ ਮੌਕੇ ਤੇ ਹੀ, ਸ਼ੁਰੂ ਵਿੱਚ ਹੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਔਰ ਘਰ ਦੇ ਵੱਡੇ ਵਡੇਰੇ ਜਿਹੜੇ ਹਨ ਉਹ ਇਹਦੇ ਵਿੱਚ ਬੜਾ ਰੋਲ ਅਦਾ ਕਰ ਸਕਦੇ ਹਨ ਕਿ ਉਹ ਨੂੰਹ ਤੇ ਸੱਸ ਨੂੰ ਬਿਠਾ ਕਰਕੇ, ਜੇਕਰ ਮੁੰਡਾ ਨੂੰਹ ਦੀ ਸਾਈਡ ਲੈ ਲੇਗਾ ਤੇ ਸੱਸ ਨਾਰਾਜ਼ ਹੋ ਜਾਏਗੀ, ਤੇ ਜੇਕਰ ਸੱਸ ਦੀ ਸਾਈਡ ਲਈ ਜਾਏਗੀ ਤੇ ਨੂੰਹ ਉੱਠ ਕੇ ਆਪਣਾ ਟੈਚੀ ਪੈਕ ਕਰਕੇ ਤੇ ਪੇਕੇ ਚਲੀ ਜਾਏਗੀ। ਤੇ ਇੱਥੇ ਅਗਰ ਘਰ ਦੇ ਵੱਡੇ ਬੈਠ ਕੇ ਉਹਨਾਂ ਨੂੰ ਸਮਝਾਣਗੇ ਕਿ ਤੁਹਾਡੀ ਪ੍ਰੋਬਲਮ ਕੀ ਹੈ, ਦੱਸੋ, ਅਸੀਂ ਉਹਦਾ ਹੱਲ ਲੱਭਦੇ ਹਾਂ, ਤੇ ਫਿਰ ਨਿਪ ਦਾ ਈਵਲ ਇਨ ਦਾ ਬੈਡ, ਉਸ ਵੇਲੇ ਉਸ ਨੂੰ ਸ਼ੁਰੂ 'ਚ ਹੀ ਜਿਹੜਾ ਹੈ ਉਸ ਨੂੰ ਸੁਲਝਾਇਆ ਜਾ ਸਕਦਾ ਹੈ। ਇਹ ਸਭ ਕੁਝ ਤਾਂ ਹੀ ਹੋ ਰਿਹਾ ਹੈ ਕਿਉਂਕਿ ਔਰਤਾਂ ਦੀ ਬਹੁਤ ਗਿਣਤੀ ਆਪਣੇ ਧਰਮ, ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਦਸਮ ਪਾਤਸ਼ਾਹ ਨੇ, ਮੈਂ ਤੇ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਆਨੰਦ ਕਾਰਜ ਦੇ ਸਮੇਂ ਵਿੱਚ ਇਸ ਵੇਲੇ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਹਰ ਲਾਹ ਦੇ ਵਿੱਚ ਮੱਥਾ ਟੇਕੋ। ਉਹ ਮੱਥਾ ਟੇਕਣ ਦਾ ਭਾਵ ਇਹ ਹੁੰਦਾ ਹੈ ਕਿ ਜੋ ਰਸਤਾ ਗੁਰਬਾਣੀ ਦੇ ਅੰਦਰ, ਲਾਵਾਂ ਦੇ ਅੰਦਰ ਇੱਕ ਸੁਚੱਜੇ ਗ੍ਰਸਤੀ ਬਾਰੇ ਦੱਸਿਆ ਜਾ ਰਿਹਾ ਹੈ, ਜਿਵੇਂ ਪ੍ਰਭੂ ਪਰਮਾਤਮਾ ਨੂੰ ਜੀਵ ਰੂਪ ਇਸਤਰੀ ਨੇ ਮਿਲਾਪ ਕਰਨਾ ਹੈ, ਉਹਨੂੰ ਆਪਣੇ ਗ੍ਰਸਤੀ ਜੀਵਨ ਵਿੱਚ ਕਿਵੇਂ ਧਾਰਨ ਕਰਨਾ ਹੈ, ਤੇ ਇਹ ਉਪਦੇਸ਼ ਨੂੰ ਕੋਈ ਉਸ ਸਮੇਂ ਪ੍ਰਚਾਰਕ ਜਾਂ ਗ੍ਰੰਥੀ ਜਾਂ ਰਾਗੀ ਸਮਝਾਉਂਦਾ ਨਹੀਂ। ਇਹ ਇੱਕ ਮੌਕਾ ਹੁੰਦਾ ਹੈ ਜਿਸ ਵੇਲੇ ਉਹਨਾਂ ਦਾ ਬੱਚੇ ਦੋਨਾਂ ਦਾ ਮਾਈਂਡ ਜਿਹੜਾ ਹੈ ਉਹ ਫੋਕਸ ਹੁੰਦਾ ਹੈ, ਉਹ ਆਨੰਦ ਕਾਰਜ ਦੇ ਨਾਲ ਬਿਲਕੁਲ ਹੀ ਉਹ ਜੁੜੇ ਹੋਏ ਹੁੰਦੇ ਹਨ ਕਿ ਸਾਨੂੰ ਇਹ ਮਹਾਰਾਜ ਦਾ ਇੱਕ ਉਪਦੇਸ਼ ਮਿਲ ਰਿਹਾ, ਸਾਨੂੰ ਬਲੈਸਿੰਗ ਮਿਲ ਰਹੀ ਹੈ। ਇਹ ਸਭ ਕੁਝ ਤਾਂ ਹੀ ਹੋ ਰਿਹਾ ਹੈ ਕਿਉਂਕਿ ਔਰਤਾਂ ਦੀ ਬਹੁ ਗਿਣਤੀ ਆਪਣੇ ਧਰਮ, ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ। ਦਸਮ ਪਾਤਸ਼ਾਹ ਨੇ ਕੁੜੀ ਮਾਰਾਂ ਨਾਲ ਰਿਸ਼ਤਾ ਰੱਖਣ ਤੇ ਪਾਬੰਦੀ ਲਾਈ, ਪਰ ਅੱਜ ਦੇ ਯੁੱਗ ਵਿੱਚ ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਦਾ ਰਿਵਾਜ ਗਾਹੇ ਬਗਾਏ ਪ੍ਰਚਲਿਤ ਹੈ। ਉਹਨਾਂ ਦੋਸ਼ੀਆਂ ਲਈ ਕਿਹੜਾ ਕਾਨੂੰਨ ਹੈ? ਮੈਂ ਤੇ ਦੱਸਾਂ ਕਿ 1947 ਤੋਂ ਪਹਿਲਾਂ ਜਿਹੜੇ ਪਿੰਡ ਹੁੰਦੇ ਸਨ ਪੰਜਾਬ ਦੇ ਵਿੱਚ, ਉੱਥੇ ਅਨਪੜ੍ਹ ਲੋਕ ਹੁੰਦੇ ਸਨ ਔਰ ਉਹ ਇਹ ਚਾਹੁੰਦੇ ਸਨ ਕਿ ਅਗਰ ਅਸੀਂ ਸਾਡੇ ਘਰ ਲੜਕੀ ਜੰਮ ਪਈ ਤਾਂ ਸਾਨੂੰ ਉਹਦਾ ਵਿਆਹ ਕਰਨ ਵਾਸਤੇ ਮੁੰਡੇ ਵਾਲਿਆਂ ਦੇ ਅੱਗੇ ਪੱਲਾ ਲੈ ਕਰਕੇ ਉਹਨਾਂ ਕੋਲ ਜਾਣਾ ਪਏਗਾ, ਉਹਨਾਂ ਦੇ ਅੱਗੇ ਨੀਵਾਂ ਹੋਣਾ ਪਏਗਾ। ਤੇ ਇਸ ਕਰਕੇ ਨਾ ਲੜਕੀ ਹੋਏਗੀ ਨਾ ਅਸੀਂ ਨੀਵੇਂ ਹੋਵਾਂਗੇ। तो इस हैंकड़ विच ही उन्होंने लड़कियां जिहड़ियां हन और मेरी ज्ञात विच 11 लड़कियां जिहड़ियां हन एक परिवार दे विच उन्हां नूं जिहड़ा है वो मारिया गया है और इस तरीके नाल मारिया गया है कि जिहड़ी बड़ी ही हीनियस क्राइम जिन्हों असीं कह सकते हैं कि उस बच्ची नूं मां दी गोद विचों दुध पींदी नूं खिच के और उस नूं घड़े विच पाउणा, वो घड़े विच पा के उस दे नाल एक रूह दी रखनी डली ते नाल एक गुड़ रखना ते फिर उस नूं बाहर रूड़ी दे विच जिथे गोहा वगैरह सुट्टिया जांदा उत्थे खड्डा करके उहदे विच उस नूं दब दिता जांदा और कहा जांदा कि तू की करी कि गुड़ खाई ते लाई छली भाव तू उन्होंने जिहड़ी कत्ती जिहड़ा रूह है
ਤੇ ਇਸ ਦੀ ਤੂੰ ਛੱਲੀ ਬਣਾਈ ਤੇ ਆਪ ਨਾ ਆਈ ਤੇ ਵੀਰ ਨੂੰ ਕੱਲੀ, ਕਿ ਤੂੰ ਆਪ ਨਾ ਆਈ ਤੇ ਵੀਰ ਨੂੰ ਕੱਲੀ। ਭਾਵ ਬੜੀ ਸੁਖੀ ਜਾ ਰਹੀ ਹੈ ਤੇ ਉਹ ਆਪ ਨਾ ਹੈ ਵਾਪਸ ਦੁਬਾਰਾ ਕੁੜੀ ਦੇ ਰੂਪ ਵਿੱਚ ਜੰਮੇ ਨਾ, ਤੇ ਉਹ ਮੁੰਡੇ ਨੂੰ ਆਪਣੇ ਭਰਾ ਦੇ ਰੂਪ ਵਿੱਚ ਉਹਨੂੰ ਸੰਸਾਰ ਵਿੱਚ ਭੇਜੇ ਕਿ ਅੱਗੋਂ ਮੁੰਡਾ ਹੀ ਜੰਮੇ। ਉਹ ਕਿੰਨੀ ਦਕਿਆਨੁਸੀ ਵਿਚਾਰ ਹੈ, ਕਿੰਨੀ ਗਲਤ ਭਾਵਨਾ ਹੈ ਕਿ ਉਹ ਇਸਤਰੀ ਜਿਸ ਤੋਂ ਜਨਮ ਲਿਆ ਹੈ, ਉਸਦੀ ਮਾਂ ਵੀ ਹੈ, ਉਸਦੀ ਭੈਣ ਵੀ ਹੈ, ਉਸਦੀ ਧੀ ਵੀ ਹੈ, ਸਭ ਕੁਝ ਹੈ, ਲੇਕਿਨ ਉਹਦੇ ਘਰ ਜਨਮ ਨਹੀਂ ਦੇਵੇ ਜਿਹੜੀ ਬੱਚੀ ਹੈ, ਇਹ ਕਿੱਥੋਂ ਤੱਕ ਸਹੀ ਹੈ? ਇਹਨਾਂ ਕੇਸਾਂ ਵਿੱਚ ਜ਼ਿਆਦਾਤਰ ਸੱਸ, ਨਨਾਣ, ਮਾਂ, ਭੈਣ ਤੇ ਖੁਦ ਇਸਤਰੀ ਆਪ ਵੀ ਜ਼ਿੰਮੇਵਾਰ ਹੈ, ਔਰ ਕਈ ਵਾਰੀ ਮਜਬੂਰ ਵੀ ਹੁੰਦੀਆਂ ਹਨ। ਔਰਤ ਹੀ ਔਰਤ ਦੀ ਦੁਸ਼ਮਣ ਹੈ। ਜੇਕਰ ਔਰਤ ਉਸ ਬੱਚੀ ਨੂੰ ਨਹੀਂ ਬਚਾਉਂਦੀ ਜਾਂ ਉਹਦੇ ਵੀ ਸਹਿਮਤੀ ਪ੍ਰਗਟ ਕਰਦੀ ਹੈ ਤੇ ਉਸ ਬੱਚੀ ਜਿਹਨੇ ਹਾਲੇ ਸੰਸਾਰ ਦੇਖਿਆ ਹੀ ਨਹੀਂ, ਉਹਦੇ ਨਾਲ ਦੁਸ਼ਮਣੀ ਕਰ ਰਹੀ ਹੈ। ਇਸ ਕਰਕੇ ਹੀ ਪੰਜਾਬ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਘੱਟ ਹੈ। ਬੇਸ਼ੱਕ ਇੱਕ ਔਰਤ ਦੇ ਰੂਪ ਵਿੱਚ ਇਹ ਬੜੇ ਅਫਸੋਸ ਨਾਲ ਕਹਿਣਾ ਪਿਆ ਕਿ ਬਹੁਤੇ ਹੱਦ ਤੱਕ ਔਰਤ ਆਪਣੀ ਇਸ ਬਰਬਾਦੀ ਦੀ ਜ਼ਿੰਮੇਵਾਰੀ ਆਪ ਹੈ। ਮਰਦ ਪ੍ਰਧਾਨ ਸਮਾਜ ਇੰਨਾ ਜ਼ਿੰਮੇਵਾਰ ਨਹੀਂ। ਜੇਕਰ ਔਰਤ ਨੇ ਆਪਣੇ ਆਪ ਨੂੰ ਜਲਦੀ ਨਾ ਸੰਭਾਲਿਆ ਤਾਂ ਸ਼ਾਇਦ ਉਸ ਦਾ ਅਸਲੀ ਵਜੂਦ ਹੀ ਖਤਮ ਹੋ ਜਾਏ। ਉਹ ਫੋਕੇ ਦਿਖਾਵੇ ਦੀ ਖਾਤਰ ਆਪਣੀ ਅਸਲੀ ਪਹਿਚਾਣ ਨੂੰ ਭੁੱਲਦੀ ਜਾ ਰਹੀ ਹੈ। ਸਿੱਖਿਅਤ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਮੁਸ਼ਕਲਾਂ ਨੂੰ ਗਾਹੇ ਬਗਾਏ ਸੱਦਾ ਦੇ ਰਹੀ ਹੈ। ਜੇਕਰ ਔਰਤ ਆਪ ਹੀ ਆਪਣੀ ਹੋਂਦ ਤੇ ਭਵਿੱਖ ਨੂੰ ਧੁੰਦਲਾ ਬਣਾ ਰਹੀ ਹੈ ਤਾਂ ਅਸੀਂ ਸਮਾਜ ਨੂੰ ਜ਼ਿੰਮੇਵਾਰ ਕਿਵੇਂ ਠਹਿਰਾ ਸਕਦੇ ਹਾਂ? ਆਪਣੀ ਬਰਬਾਦੀ ਦੀ ਜ਼ਿੰਮੇਵਾਰ ਉਹ ਆਪ ਹੀ ਹੋਏਗੀ ਅਗਰ ਵਕਤ ਸਿਰ ਨਹੀਂ ਸੰਭਲੇਗੀ। ਇੱਕ ਔਰਤ ਦਾ ਦਰਜਾ ਹਰ ਰਿਸ਼ਤੇ ਵਿੱਚ ਬੜਾ ਮਾਣ ਸਤਿਕਾਰ ਵਾਲਾ ਹੈ। ਔਰਤ ਘਰ ਦਾ ਸ਼ਿੰਗਾਰ ਹੀ ਨਹੀਂ, ਰੂਹ ਵੀ ਹੈ। ਘਰ ਜਿਹੜਾ ਹੈ, ਬਿਲਡਿੰਗ ਜਿਹੜੀ ਹੈ, ਉਹ ਮਕਾਨ ਤਾਂ ਬਣ ਸਕਦਾ ਹੈ, ਲੇਕਿਨ ਘਰ ਤਾਂ ਬਣਦਾ ਹੈ ਜਿਸ ਵੇਲੇ ਔਰਤ ਉਸ ਘਰ ਦੇ ਅੰਦਰ ਪ੍ਰਵੇਸ਼ ਕਰਦੀ ਹੈ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੇ ਫੈਸ਼ਨ ਦੀ ਦੁਨੀਆ ਵਿੱਚ ਔਰਤ ਆਪਣੇ ਗੁਨਾਹ ਨੂੰ ਪਹਿਲ ਦੇਣ ਦੀ ਥਾਂ ਬੁਰਾਈਆਂ ਨੂੰ ਸੱਦਾ ਦੇ ਰਹੀ ਹੈ। ਫੈਸ਼ਨ ਦੀ ਦੌੜ ਵਿੱਚ ਅੱਗੇ ਲੰਘਣਾ 90% ਔਰਤਾਂ ਦਾ ਸ਼ੌਕ ਬਣ ਗਿਆ ਹੈ। ਇੱਕ ਦੂਜੇ ਤੋਂ ਅੱਗੇ ਲੰਘਣ ਦਾ, ਇੱਥੋਂ ਤੱਕ ਕਿ ਔਰਤ ਨਸ਼ੇ ਜਿਹੀਆਂ ਲਾਹਨਤਾਂ ਨੂੰ ਵੀ ਗਲੇ ਲਾ ਬੈਠੀਆਂ ਹਨ। ਮੈਂ ਇੱਥੇ ਬੇਨਤੀ ਕਰਾਂ ਕਿ ਆਪਣੇ ਸਰੀਰ ਨੂੰ ਸ਼ਿੰਗਾਰਨਾ ਔਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਇਹ ਹਰ ਮਨੁੱਖ ਦਾ ਫਰਜ਼ ਹੈ, ਉਹਦੇ ਵਿੱਚ ਔਰਤਾਂ ਵੀ ਸ਼ਾਮਲ ਹਨ। ਪਰ ਪਹਿਲਾ ਗੁਣ ਇਸਤਰੀ ਵਿੱਚ ਦੇਖਣ ਨੂੰ ਇਹ ਆਮ ਮਿਲਦੇ ਸਨ। ਜਿਵੇਂ ਔਰਤ ਸਹਿਨਸ਼ੀਲ ਹੁੰਦੀ ਸੀ, ਦਇਆ ਉਹਦੇ ਅੰਦਰ ਹੁੰਦੀ ਸੀ, ਹਮਦਰਦੀ ਦੀ ਮੂਰਤ ਹੁੰਦੀ ਸੀ, ਉਹ ਆਪ ਆਪਣੇ ਪ੍ਰਤੀ ਸੁਚੇਤ ਸੀ, ਆਪਣੀ ਜ਼ਿੰਮੇਵਾਰ ਵਾਸਤੇ ਸੁਚੇਤ ਸੀ, ਆਪਣੀ ਹਰ ਜ਼ਿੰਮੇਵਾਰੀਆਂ ਨੂੰ ਵਧੀਆ ਢੰਗ ਨਾਲ ਨਿਭਾਉਂਦੀ ਜਿਹੜੀ ਹੈ ਉਹ ਦੇਖੀ ਜਾ ਰਹੀ ਸੀ। ਚਾਹੇ ਉਹ ਜ਼ਿੰਮੇਵਾਰੀ ਬੱਚਿਆਂ ਦੀ ਹੋਵੇ, ਚਾਹੇ ਪਤੀ ਦੀ, ਚਾਹੇ ਬਾਕੀ ਘਰ ਪਰਿਵਾਰ ਦੀ, ਹਰ ਰਿਸ਼ਤੇ ਵਿੱਚ ਵਧੀਆ ਭੂਮਿਕਾ ਉਸਨੇ ਨਿਭਾਈ। ਪਰ ਅਫਸੋਸ ਕਿ ਅੱਜ ਰੁਖ ਬਦਲਦਾ ਨਜ਼ਰ ਆ ਰਿਹਾ ਹੈ। ਉਸ ਕੋਲ ਫੈਸ਼ਨ ਅਤੇ ਪੈਸੇ ਦੀ ਦੌੜ ਵਿੱਚ ਵਿਅਸਤ ਹੋਣ ਕਰਕੇ ਬੱਚਿਆਂ ਲਈ, ਪਤੀ ਲਈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਵਕਤ ਹੀ ਨਹੀਂ ਹੈ। ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਮਰਦ ਤੇ ਅਸਲੇ ਖਾਨੇ ਦਾ ਸਭ ਤੋਂ ਕੀਮਤੀ ਹਥਿਆਰ ਉਸਦੀ ਪਤਨੀ ਹੈ। ਉਹ ਡਿੱਗਦੇ ਢਹਿੰਦੇ ਮਰਦ ਨੂੰ ਸਹਾਰਾ ਦੇ ਸਕਦੀ ਹੈ, ਪਰ ਰੱਬ ਨਾ ਕਰੇ ਜੇਕਰ ਇਹ ਹਥਿਆਰ ਪੁੱਠਾ ਪੈ ਜਾਏ ਤਾਂ ਉਹ ਗ੍ਰਸਤੀ ਦਾ ਰੱਬ ਹੀ ਰਾਖਾ ਹੈ, ਉਸ ਗ੍ਰਸਤੀ ਦਾ ਰੱਬ ਹੀ ਰਾਖਾ ਹੈ। ਅੱਜ ਦੀ ਇਸਤਰੀ ਆਪਣੇ ਬਾਰੇ ਹੀ ਸੋਚਦੀ ਹੈ। ਆਪਣੇ ਗੁਨਾਹ ਨੂੰ ਅੱਖੋਂ ਓਹਲੇ ਰੱਖ ਕੇ ਸਿਰਫ ਕਲਪਨਾ ਤੇ ਭਾਵਨਾ ਦੀ ਅਤੇ ਸੁਪਨਿਆਂ ਦੀ ਦੁਨੀਆ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੀ ਹੈ। ਉਸ ਦੀ ਖਾਤਰ ਚਾਹੇ ਉਸ ਨੂੰ ਆਪਣੇ ਆਪ ਕਿਉਂ ਨਾ ਦਾਅ ਤੇ ਲਾਉਣਾ ਪਵੇ। ਅੱਜ ਦਾ ਯੁੱਗ ਦਿਖਾਵੇ ਦਾ ਯੁੱਗ ਹੈ, ਜਿਸ ਕਰਕੇ ਔਰਤ ਦੌਲਤ ਤੇ ਝੂਠੀ ਸ਼ੋਹਰਤ ਤੇ ਸ਼ਾਨ ਖਾਤਰ ਆਪਣੀ ਅਸਲੀ ਪਹਿਚਾਣ ਨੂੰ ਗਵਾ ਰਹੀ ਹੈ। ਆਓ ਹੁਣ ਇਹ ਵਿਚਾਰ ਕਰੀਏ ਕਿ ਅਸੀਂ ਕਿੰਨੇ ਕੁ ਯਤਨਸ਼ੀਲ ਜਾਂ ਸੱਜੇ ਪਰਿਵਾਰ ਅਤੇ ਉੱਤਮ ਸਮਾਜ ਲਈ ਅਸੀਂ ਯਤਨਸ਼ੀਲ ਹਾਂ। ਅਜੋਕੇ ਸਮੇਂ ਦੀ ਲੋੜ ਹੈ ਕਿ ਧਾਰਮਿਕ ਤੇ ਇਸਤਰੀ ਸਭਾਵਾਂ ਅਤੇ ਸਮਾਜਿਕ ਜਥੇਬੰਦੀਆਂ ਅੱਗੇ ਆਉਣ। ਘਰ ਪਰਿਵਾਰਾਂ ਦਾ ਅਤੇ ਸਮਾਜ ਦਾ ਮਾਹੌਲ ਸੰਵਾਰਨਾ ਤੇ ਸਦਭਾਵਨਾ ਵਾਲਾ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਦੇਣ।
ਨਿਸ਼ਚੇ ਦੀ ਦ੍ਰਿੜਤਾ, ਆਤਮ ਵਿਸ਼ਵਾਸ ਅਤੇ ਧਰਮ ਪ੍ਰਤੀ ਸ਼ਰਧਾ ਹੀ ਇਸਤਰੀ ਦੇ ਚੇਤਨ ਦਾ ਆਧਾਰ ਹਨ, ਜੋ ਕਿ ਸਮਾਜਿਕ ਨਵ ਨਿਰਮਾਣ ਦੇ ਸਮਰਥ ਹੋ ਸਕਦੇ ਹਨ। ਪਰਿਵਾਰਕ ਤੇ ਸਮਾਜਿਕ ਕ੍ਰਾਂਤੀ ਇਵੇਂ ਹੀ ਆ ਸਕਦੀ ਹੈ, ਤਾਂ ਹੀ ਉਹ ਮਾਵਾਂ ਚੰਗੀਆਂ ਮਾਵਾਂ ਬਣ ਸਕਦੀਆਂ ਹਨ, ਚੰਗੀਆਂ ਪਤਨੀਆਂ, ਚੰਗੀਆਂ ਭੈਣਾਂ ਬਣ ਸਕਦੀਆਂ ਹਨ। ਛੋਟੇ ਬੱਚਿਆਂ ਨੂੰ ਰਾਤ ਨੂੰ ਸੌਣ ਲੱਗਿਆਂ ਮਾਵਾਂ, ਦਾਦੀ ਅਤੇ ਨਾਨੀ ਗੁਰਮਤਿ ਦੀਆਂ ਸਾਖੀਆਂ ਸੁਣਾਉਣ। ਮੈਂ ਤੇ ਬੇਨਤੀ ਕਰਾਂਗਾ ਕਿ ਇਹ ਸਾਖੀਆਂ ਪਿਓ ਵੀ ਸੁਣਾ ਸਕਦਾ ਹੈ, ਭਰਾ ਵੀ ਸ਼ੇਅਰ ਕਰ ਸਕਦਾ ਹੈ, ਤੇ ਇਹ ਆਪਣੇ ਅੰਦਰ ਤਬਦੀਲੀ ਮਰਦ ਨੂੰ ਵੀ ਲਿਆਣੀ ਪਏਗੀ, ਕਿਉਂਕਿ ਬੱਚੇ ਤੇ ਸਾਂਝੇ ਹੀ ਹਨ ਤੇ ਉਹਨਾਂ ਦਾ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਸ ਨੂੰ ਚੰਗਾ ਬਣਾਉਣ ਵਾਸਤੇ, ਉਹਨਾਂ ਅੰਦਰ ਗੁਰਮਤਿ ਦੀ ਗੁੜਤੀ ਦੇਣ ਵਾਸਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ, ਸਿੱਖ ਬਜ਼ੁਰਗਾਂ ਦੀਆਂ ਜਿਹੜੀਆਂ ਸਾਖੀਆਂ ਹਨ ਉਹਨਾਂ ਬਾਰੇ ਚੰਗੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਦੱਸੇ ਜਾਣ। ਸਗੋਂ ਹਜ਼ਾਰਾਂ ਕੁਰਬਾਨੀਆਂ ਦੇ ਕੇ, ਬੰਦ ਕਟਵਾ ਕੇ, ਆਰਿਆਂ ਨਾਲ ਚਰਵਾ ਕੇ ਜਿਹੜੀ ਮਹਾਨ ਸਿੱਖੀ ਮਿਲੀ ਹੈ, ਇਸ ਦੀ ਜਿਹੜੀ ਮਹਾਨਤਾ ਹੈ ਉਹ ਬੱਚਿਆਂ ਦੇ ਅੰਦਰ ਛੋਟੀ ਉਮਰੇ ਹੀ ਪਾ ਦੇਣੀ ਚਾਹੀਦੀ ਹੈ। ਅੱਜ ਦੀ ਪਨੀਰੀ ਕੱਲ ਦੀ ਵਾਰਸ ਹੈ। ਜਿਨ੍ਹਾਂ ਨੇ ਸਿੱਖ ਪੰਥ ਦੀ ਵਾਗਡੋਰ ਸੰਭਾਲਣੀ ਹੈ, ਇਹਨਾਂ ਨੌਜਵਾਨ ਅਤੇ ਬੱਚਿਆਂ ਤੇ ਹੀ ਧਰਮ ਅਤੇ ਕੌਮ ਦਾ ਭਵਿੱਖ ਖੜਾ ਹੈ। ਅੱਜ ਕੱਲ੍ਹ ਤਾਂ ਵੈਸੇ ਹੀ ਪਰਿਵਾਰ ਬਹੁਤ ਛੋਟੇ ਰਹਿ ਗਏ ਹਨ, ਨਿਊਕਲੀਅਸ ਰਹਿ ਗਏ ਹਨ। ਹੁਣ ਇੱਕ ਹਸਬੈਂਡ ਤੇ ਇੱਕ ਵਾਈਫ ਤੇ ਇੱਕ ਬੱਚਾ ਜਾਂ ਦੋ ਬੱਚੇ ਹੁੰਦੇ ਹਨ। ਹੁਣ ਕਈ ਵਾਰੀ ਇਹ ਸਵਾਲ ਖੜਾ ਹੋ ਜਾਂਦਾ ਹੈ, ਕਈ ਬੀਬੀਆਂ ਨੂੰਹਾਂ ਗੁਰਬਾਣੀ ਨਾਲ ਪ੍ਰੇਮ ਰੱਖਦੀਆਂ ਹਨ, ਪਾਠ ਵੀ ਕਰਦੀਆਂ ਹਨ, ਕੀਰਤਨ ਵੀ ਕਰਦੀਆਂ ਹਨ, ਸਮਾਗਮਾਂ ਤੇ ਵੀ ਜਾਂਦੀਆਂ ਹਨ। ਘਰ ਵਾਪਸ ਪਹੁੰਚਦਿਆਂ ਜੇਕਰ ਥੋੜੀ ਦੇਰ ਹੋ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਾਲੇ ਇਤਰਾਜ਼ ਕਰਦੇ ਹਨ ਕਿ ਇੰਨਾ ਟਾਈਮ ਕਿੱਥੇ ਲਗਾਈ ਹੈ, ਤੈਨੂੰ ਪਰਿਵਾਰ ਦਾ ਧਿਆਨ ਨਹੀਂ ਹੈ। ਉਸ ਸਥਿਤੀ ਵਿੱਚ ਉਹ ਕੀ ਕਰਨ? ਇਸੇ ਤਰ੍ਹਾਂ ਹੀ ਕੋਈ ਬੀਬੀਆਂ ਕੇਸ ਸਜਾਉਂਦੀਆਂ ਹਨ, ਅੰਮ੍ਰਿਤਧਾਰੀ ਹਨ, ਪਰ ਘਰ ਵਾਲੇ ਇਸ ਰੂਪ ਨੂੰ ਪਸੰਦ ਨਹੀਂ ਕਰਦੇ। ਹਾਲਾਂਕਿ ਕੋਈ ਪਾਬੰਦੀ ਨਹੀਂ ਹੈ ਕੇਸ ਸਜਾਉਣ ਦੇ ਬਾਰੇ। ਅੰਮ੍ਰਿਤਧਾਰੀ ਜਿਹੜੇ ਹਨ ਕੇਸ ਸਜਾ ਵੀ ਸਕਦੇ ਹਨ, ਤਾਂ ਨਾ ਵੀ ਸਜਾਉਣ ਬੀਬੀਆਂ, ਦਸਤਾਰ ਉਤਾਰ ਦਿੰਦੀਆਂ ਹਨ। ਕਈ ਇਹਨਾਂ ਘਰ ਵਾਲਿਆਂ ਦੇ ਆਬਜੈਕਸ਼ਨ ਕਰਕੇ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀਆਂ ਹਨ। ਜੇਕਰ ਕੇਸ ਦਸਤਾਰ ਸਜਾਈ ਰੱਖਦੀਆਂ ਹਨ ਤਾਂ ਘਰ ਵਿੱਚ ਸ਼ਾਂਤੀ ਭੰਗ ਹੁੰਦੀ ਹੈ। ਉਹ ਕੀ ਕਰਨ? ਮੈਂ ਸੋਚਦਾ ਹਾਂ ਕਿ ਬੀਬੀਆਂ ਪ੍ਰੇਮ ਭਾਵ ਅਤੇ ਆਦਰ ਸਤਿਕਾਰ ਨੂੰ ਮੁੱਖ ਰੱਖ ਕੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰ ਸਕਦੀਆਂ ਹਨ। ਗੁਰੂ ਸਾਹਿਬ ਨੇ ਗੁਰਬਾਣੀ ਦੀ ਵਿੱਚ ਪਤੀ, ਪਰਿਵਾਰਕ ਮੈਂਬਰਾਂ ਅਤੇ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਪ੍ਰੇਮ ਹੀ ਦੱਸਿਆ ਹੈ। ਗੁਰੂ ਦਸਮ ਪਾਤਸ਼ਾਹ ਵੱਲੋਂ ਇਹ ਦੱਸੇ ਜਾਂਦੇ ਹਨ ਬੋਲ ਕਿ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕਿਓ ਤਿਨਹੀ ਪ੍ਰਪਾਇਓ। ਗੁਰਬਾਣੀ ਵਿੱਚ ਵੀ ਦੱਸਿਆ ਹੈ ਕਿ ਭਾਖਿਆ ਪਾਓ ਅਪਾਰ, ਪ੍ਰਭੂ ਨਾਲ ਵੀ ਪ੍ਰੇਮ ਕਰਨ ਦੀ ਜਿਹੜੀ ਭਾਖਿਆ ਹੈ ਉਹ ਪਿਆਰ ਹੀ ਹੈ। ਤੇ ਫਿਰ ਇਹ ਪਿਆਰ ਦੀ ਭਾਖਿਆ ਪਰਿਵਾਰ ਵਿੱਚ ਕਿਉਂ ਨਹੀਂ ਲਾਗੂ ਕੀਤੀ ਜਾਂਦੀ? ਜੇਕਰ ਅਸੀਂ ਨਿਸ਼ਚੇ ਅਤੇ ਪ੍ਰੇਮ ਨਾਲ ਉਸ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ, ਤਾਂ ਕਿ ਦੁਨਿਆਵੀ ਪਤੀ ਨੂੰ ਪਿਆਰ ਨਾਲ ਨਹੀਂ ਜਿੱਤਿਆ ਜਾ ਸਕਦਾ, ਪਰਿਵਾਰ ਨੂੰ, ਦੁਨਿਆਵੀ ਪਰਿਵਾਰ ਨੂੰ ਪਿਆਰ ਨਾਲ ਨਹੀਂ ਸਮਝਾਇਆ ਜਾ ਸਕਦਾ। ਜੇਕਰ ਇਸਤਰੀ ਪਿਆਰ, ਲਗਨ ਅਤੇ ਸਿਦਕ ਦਾ ਹਥਿਆਰ ਅਪਣਾ ਲਵੇ, ਮੇਰੇ ਵਿਚਾਰ ਅਨੁਸਾਰ ਘਰ ਵਿੱਚ ਸੁਖ ਸ਼ਾਂਤੀ ਹੀ ਨਹੀਂ, ਉਹ ਘਰ ਸੱਚਮੁੱਚ ਵਿੱਚ ਸੱਚ ਦਾ ਇੱਕ ਜਿਹੜਾ ਹੈ ਘਰ ਬਣ ਸਕਦਾ ਹੈ, ਜਿਸ ਨੂੰ ਅਸੀਂ ਅਸਲੀ ਸੱਚਖੰਡ ਕਹਿ ਸਕਦੇ ਹਾਂ। ਕਿ ਘਰ ਦੇ ਵਿੱਚ ਉੱਥੇ ਸੱਚੋ ਹੀ ਸੱਚ ਨਿਭੜੇ, ਉੱਥੇ ਹਰ ਗੱਲ ਜਿਹੜੀ ਹੈ ਸੱਚ ਤੇ ਆਧਾਰਿਤ ਹੋਵੇ, ਝੂਠ ਜਾਂ ਫਰੇਬ ਤੇ ਨਾ ਹੋਵੇ। ਐਸਾ ਘਰ ਜਿਹੜਾ ਹੈ ਉਹ ਸੁਖ ਸ਼ਾਂਤੀ ਦਾ ਡੇਰਾ ਬਣ ਜਾਏਗਾ। ਅਕਾਲ ਪੁਰਖ ਸੱਚੇ ਪਾਤਸ਼ਾਹ ਆਪਣੇ ਰਾਹਾਂ ਤੇ ਕੁਰਾਹੇ ਪਈਆਂ ਮੇਰੀਆਂ ਭੈਣਾਂ ਨੂੰ, ਬੱਚਿਆਂ ਨੂੰ ਆਪਣੇ ਵਿਰਸੇ, ਆਪਣੇ ਸੱਭਿਆਚਾਰ, ਆਪਣੇ ਧਰਮ ਨਾਲ ਜੁੜਨ ਦੀ ਸੋਝੀ ਬਖਸ਼ੇ। ਅਜੇ ਵੀ ਜੇਕਰ ਆਪਣੇ ਆਪ ਨੂੰ, ਆਪਣੇ ਇਤਿਹਾਸ ਨੂੰ ਅਤੇ ਗੁਰਬਾਣੀ ਨੂੰ ਪੜ੍ਹਨ ਨਾਲ, ਸਮਝਣ ਨਾਲ ਸੁਮਤ ਆ ਜਾਵੇ, ਤਾਂ ਅੱਜ ਵੀ ਪੁਰਾਤਨ ਬੀਬੀਆਂ ਵਾਂਗ, ਮਾਤਾਵਾਂ ਵਾਂਗ ਸਿੱਖ ਬੀਬੀਆਂ ਗੁਰੂ ਦੀ ਬਖਸ਼ਿਸ਼ ਦੀਆਂ ਪਾਤਰ ਬਣ ਸਕਦੀਆਂ ਹਨ। ਔਰ ਸਾਡੇ ਅੰਦਰ ਵੀ ਪੁਰਾਤਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਇਹੋ ਜਿਹੜੇ ਮਹਾਨ ਜਿਹੜੇ ਗੁਰਸਿੱਖ ਹੋਏ ਹਨ, ਉਹਨਾਂ ਵਰਗੇ ਬੱਚੇ ਜਿਹੜੇ ਹਨ ਅੱਗੋਂ ਕੌਮ ਦੇ ਵਿੱਚ ਤਿਆਰ ਹੋ ਸਕਦੇ ਹਨ, ਜਿਨ੍ਹਾਂ ਦੀ ਕਿ ਬਹੁਤ ਹੀ
ਜ਼ਰੂਰਤ ਹੈ। ਤੋ ਅੱਜ ਦੇ ਅਸੀਂ ਇਸ ਵਿਚਾਰ ਦੇ ਵਿੱਚੋਂ ਇਹ ਲੱਭਿਆ ਕਿ ਪਰਿਵਾਰ ਨੂੰ ਬੈਲੈਂਸ ਕਰਨ ਵਾਸਤੇ ਔਰਤ ਦੇ ਕੋਲ ਬੜੇ ਗੁਣ ਹਨ। ਉਹਨਾਂ ਗੁਣਾਂ ਦਾ ਇਸਤੇਮਾਲ ਕਰਕੇ ਔਰ ਆਪਣਾ ਆਪ ਪਛਾਣ ਕੇ ਗੁਰਮਤਿ ਦੇ ਵਿੱਚੋਂ ਗਾਈਡੈਂਸ ਲੈ ਕਰਕੇ ਉਹ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਉਹਨਾਂ ਨੂੰ ਗੁਰਬਾਣੀ ਦੀ ਗੁੜਤੀ ਦੇਣ ਔਰ ਆਪਣੇ ਵੱਡੇ ਜਿਹੜੇ ਹਨ, ਉਹ ਭਾਵੇਂ ਕੋਈ ਸੱਸ ਹੈ ਭਾਵੇਂ ਸਹੁਰਾ ਹੈ, ਉਹਨਾਂ ਦੀ ਸਤਿਕਾਰ ਕਰਨ ਔਰ ਸੱਸ ਔਰ ਸਹੁਰਾ ਔਰ ਜਿਹੜਾ ਸਹੁਰਾ ਪਰਿਵਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜੀ ਬੱਚੀ ਉਹਨਾਂ ਦੇ ਘਰ ਵਿਆਹ ਕਰਕੇ ਆਈ ਹੈ ਉਸ ਨੂੰ ਸੁੱਖ ਆਰਾਮ ਦਿੱਤਾ ਜਾਏ। ਜਿੰਨਾ ਸੁੱਖ ਆਰਾਮ ਨੂੰ ਦਿੱਤਾ ਜਾਏਗਾ, ਜਿੰਨਾ ਉਹਦੇ ਨਾਲ ਪ੍ਰੇਮ ਪਿਆਰ ਰੱਖਿਆ ਜਾਏਗਾ, ਉਸ ਤੋਂ ਵੱਧ ਉਹ ਪਿਆਰ ਜਿਹੜਾ ਹੈ ਉਹ ਪਰਿਵਾਰ ਦੇ ਵਿੱਚ ਵੰਡੇਗੀ। ਤੋ ਮੈਨੂੰ ਆਸ ਹੈ ਕਿ ਅੱਜ ਦੇ ਵਿਚਾਰਾਂ ਨਾਲ ਆਪ ਦੇ ਜਿਹੜੇ ਵੀ ਕੋਈ ਕਮੈਂਟਸ ਹੋਣਗੇ ਉਹ ਆਪ ਜ਼ਰੂਰ ਬਖਸ਼ਿਸ਼ ਕਰਨਾ। ਤੋ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਦੀ ਮੈਂ ਆਪ ਪਾਸੋਂ ਖਿਮਾ ਮੰਗਦਾ ਹੋਇਆ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।